कहो बहनों से दे भाई। शहीदों की चिताओं पर लगेंगे हर बरस मेले, शहीदों की चिताओं पर लगेंगे हर बरस मेले। वतन पे मिटने वालों का बाकी यही निशान होगा, बाकी यही निशान होगा। वंदे मातरम, जय हिंद। इनकलाब जिंदाबाद, इनकलाब जिंदाबाद, इनकलाब जिंदाबाद, इनकलाब जिंदाबाद, इनकलाब जिंदाबाद, इनकलाब जिंदाबाद, इनकलाब जिंदाबाद। जो शहीद हुए सिंह तेरी सोच ते शहीद उधम सिंह तेरी सोच ते लाल सलाम, लाल सलाम, लाल सलाम। जलियांवाले बाग दे शहीदां नूं लाल सलाम, लाल सलाम, लाल सलाम। इनकलाब जिंदाबाद, जिंदाबाद, जिंदाबाद। नेताजी सुभाष चंद्र बोस अमर रहे, अमर रहे, अमर रहे। नेताजी सुभाष चंद्र बोस अमर रहे, अमर रहे, अमर रहे। नमस्कार दोस्तों, जय हिंद, जय भारत, इनकलाब जिंदाबाद। अज इस जलियांवाले बाग जिथे मासूम ते निहत्थे साडे भारत वासियों की जिन्हां दी कोई जात नहीं सी, पात नहीं सी, सारे भाषा भाषी हिंद वासी सी, इको भाषा भाषी हिंद वासी, उन्होंने जनरल डायर ने निहत्थे लोगों को गोलियां मार के कतल किया सी। इसे दे बदले विच उधम सिंह जी ने इंग्लैंड जाके जनरल डायर नूं मार के इसका बदला लिया सी। सो अज असी जड़े साडे निहत्थे ते निर्दोष भारत वासी इत्थे शहीद हो गए सन, उन्होंने याद दी ताज़ा करते हुए सुभाष चंद्र बोस जी जे जड़ा ग्रुप है उन्होंने श्रद्धांजलि देने असी आए हाँ। तो गल करते हैं जड़े इस वेले हिंदुस्तान भावें आज़ाद हो गया, लेकिन अज भी बहुत सारी गुलामी जजीज़ा ने, बेरोज़गारी है, नशा है, करप्शन है, महिलाओं नाल छेड़छाड़, बलात्कार होर बहुत सारी मुश्किलां ने। सो इस करके अज भी जड़े साडे भगत सिंह, आज़ाद, उधम सिंह, राजगुरू, उन्हां दी रूह की कहती होएगी। इहो जे आज़ाद हिंदुस्तान की कल्पना की सी। तो नवे अज जड़ा हिंदुस्तान है ये समा बदलण वास्ते, बहुत वधिया समा करने वास्ते, आज़ाद ते सुनहरा हिंदुस्तान देखने वास्ते साडे नाल बहुत सारे समाज सेवी इकट्ठे होए ने। तो उन्हां गल करांगे ते नाल शरदा दे फुੱਲ भी भेंट करांगे। 13 अप्रैल 1919 ਨੂੰ ਜਦੋਂ ਇੱਥੇ ਆਮ ਪਬਲਿਕ ਜੋ ਹੈ ਜਲਿਆਂਵਾਲੇ ਬਾਗ ਦੇ ਵਿੱਚ ਅੰਮ੍ਰਿਤਸਰ ਵਿਖੇ ਜਲਸਾ ਕਰ ਰਹੇ ਸੀ, ਤਾਂ ਉਸ ਸਮੇਂ ਦੇ ਹਾਕਮ ਜਨਰਲ ਡਾਇਰ ਨੇ ਨਿਹੱਥੇ ਹਿੰਦੁਸਤਾਨੀਆਂ ਦੇ ਉੱਤੇ ਗੋਲੀਆਂ ਵਰਾ ਕੇ ਉਹਨਾਂ ਨੂੰ ਸ਼ਹੀਦ ਕੀਤਾ। ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਅਸੀਂ ਜਲਿਆਂਵਾਲੇ ਬਾਗ ਦੇ ਵਿੱਚ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਦੇਣ ਲਈ ਇੱਥੇ ਆਏ ਹਾਂ ਅਤੇ ਉਹਨਾਂ ਨੂੰ ਲਾਲ ਸਲਾਮ ਕਰਦੇ ਹੋਏ ਪ੍ਰਣਾਮ ਕਰਦੇ ਹਾਂ। ਅਸੀਂ ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਿਹੜੇ 125ਵੀਂ ਵਰ੍ਹੇਗੰਢ ਜਿਹੜੀ ਆ ਮਨਾਉਣ ਵਾਸਤੇ ਜਿਹੜੀ ਕਮੇਟੀ ਬਣੀ ਆ, ਉਹਦੇ ਬਿਹਾਫ ਦੇ ਉੱਤੇ ਅਸੀਂ ਅੱਜ ਜਲਿਆਂਵਾਲਾ ਬਾਗ ਸਾਡੇ ਜਿਹੜੇ ਸ਼ਹੀਦ ਆ ਉਹਨਾਂ ਨੂੰ ਪ੍ਰਣਾਮ ਕਰਨ ਆਏ ਆ। ਤੇ ਨਾਲ ਦੀ ਨਾਲ ਜਿਹੜੀ ਪੂਰਾ ਸਾਲ ਸਾਡੀ ਇਹ ਚੱਲੇਗੀ ਜੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਵਾਸਤੇ ਜਿਹੜੀ ਅਸੀਂ ਆਰੰਭਤਾ ਕੀਤੀ ਉਹਨਾਂ ਦੀ ਜਿਹੜੀ ਜਨਮ ਸ਼ਤਾਬਦੀ ਮਨਾਉਣ ਦੀ। ਅਸੀਂ ਇੱਥੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ, ਉਹਨਾਂ ਨੂੰ ਪ੍ਰਣਾਮ ਕਰਦੇ ਆ ਜੀ। ਜਿਹੜੇ ਸ਼ਹੀਦਾਂ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ, ਅਸੀਂ ਸਮਝਦੇ ਹਾਂ ਕਿ ਉਹ ਕੌਮਾਂ ਹਮੇਸ਼ਾ ਹੀ ਸਰਮੌਰ ਹੁੰਦੀਆਂ ਤੇ ਸਰਮੌਰਤਾ ਦੇ ਨਾਲ ਜਿਹੜੀਆਂ ਉਹ ਵਿਚਰਦੀਆਂ ਨੇ। ਪਰਸ਼ੋਤਮ ਜੀ ਸਾਡੇ ਪ੍ਰੈਜ਼ੀਡੈਂਟ
ਜਿਹੜੇ ਅੰਮ੍ਰਿਤਸਰ ਪਰਸ਼ੋਤਮ ਜੀ, ਹਾਂਜੀ, ਇੱਕ ਸ਼ਾਇਰ ਲਿਖਿਆ, ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਤਾਂ ਇਸ ਬਾਰੇ ਅੱਜ ਅਸੀਂ ਜਿਹੜੀ ਕੌਮਾਂ ਦੀ ਤਕਦੀਰ ਬਦਲਣੀ, ਬਹੁਤ ਕੁਝ ਬਦਲਣ ਵਾਲਾ ਤਾਂ ਤੁਸੀਂ ਇਸ ਬਾਰੇ ਅੱਜ ਦੇ ਸਮੇਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕੀ ਕਹਿਣਾ ਚਾਹੋਗੇ? ਬਿਲਕੁਲ ਆਪਣਾ 13 ਅਪ੍ਰੈਲ ਸਨ 1919 ਦੇ ਵਿੱਚ ਜਿਹੜਾ ਜਲਿਆਂਵਾਲਾ ਬਾਗ ਦਾ ਮਾਸੇਕਰ ਹੋਇਆ, ਕਾਂਡ ਹੋਇਆ, ਖੂਨੀ ਸਾਕਾ ਸੀ, ਉਹ ਅੱਜ ਵੀ ਯਾਦ ਕੀਤਾ ਜਾਂਦਾ, ਕਿਉਂਕਿ ਵਰਲਡ ਦੇ ਵਿੱਚ ਇਹ ਬੜਾ ਵੱਡਾ ਇੱਕ ਇਤਿਹਾਸਕ ਦਿਨ ਬਣ ਗਿਆ ਸੀ। ਇੱਥੇ ਨਿਹੱਥੇ ਲੋਕਾਂ 'ਤੇ ਉਸ ਵੇਲੇ ਬ੍ਰਿਟਿਸ਼ ਰਾਜ ਸੀ ਸਾਡੇ ਹਿੰਦੁਸਤਾਨ 'ਤੇ, ਔਰ ਉਹਨਾਂ ਨੇ ਜਨਰਲ ਡਾਇਰ ਸੀ ਉਹਨਾਂ ਰਿਪਰੈਜ਼ੈਂਟੇਟਿਵ ਆਫੀਸਰ, ਉਹਨੇ ਸਾਡੇ ਲਗਭਗ 20,000 ਬੰਦਿਆਂ 'ਤੇ ਕਤਲ ਕੀਤਾ ਸੀ। ਜਿਹੜਾ ਕਿ 379 ਗਿਆ, ਬਚ ਕੇ ਬਹੁਤ ਜ਼ਿਆਦਾ। ਇੱਥੇ ਇੱਕ ਖੂਹ ਸੀ, ਸ਼ਹੀਦੀ ਖੂਹ, ਅੱਜ ਵੀ ਘੁਮਾਉਂਦਾ। ਉਹਦੇ ਵਿੱਚ ਬਹੁਤ ਸਾਰੇ ਆਦਮੀ, ਸਾਡੇ ਜਿਹੜੇ ਬੱਚੇ, ਜਨਾਨੀਆਂ, ਲੇਡੀਜ਼, ਜੈਂਟਸ, ਜਿਹੜੇ ਹਿੰਦੁਸਤਾਨ ਦੀ ਆਜ਼ਾਦੀ ਨੂੰ ਲੈ ਕੇ ਇੱਥੇ ਆਪਣਾ ਇੱਕ ਸੰਗਰਾਮ ਕਰ ਰਹੇ ਸੀ, ਮੀਟਿੰਗ ਕਰ ਰਹੇ ਸੀ, ਉਹਨਾਂ 'ਤੇ ਅਚਾਨਕ ਸਾਰੇ ਰਸਤੇ ਬੰਦ ਕਰਕੇ ਗੋਲੀਆਂ ਚਲਾਈਆਂ ਗਈਆਂ। ਅੱਜ ਦਾ ਜਿਹੜਾ ਸਾਲ ਹੈ, ਇਹ ਅਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਵੀ ਸਮਰਪਿਤ ਕੀਤਾ ਹੈ, ਕਿਉਂਕਿ ਹਰ ਸਾਲ ਅਸੀਂ ਸ਼ਹੀਦਾਂ ਨੂੰ ਇੱਥੇ ਸ਼ਰਧਾਂਜਲੀ ਦੇਣ ਆਉਂਦੇ ਹਾਂ। ਔਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਸ਼ਤਾਬਦੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਉਹਨਾਂ ਦਾ ਸੁਪਨੇ ਦਾ ਹਿੰਦੁਸਤਾਨ ਜਿਹੜਾ ਬਣਾਉਣਾ ਚਾਹੁੰਦੇ ਸੀ, ਅਸੀਂ ਅੱਜ ਵੀ ਉਸ ਸੰਗ ਦਾ ਹੋਕਾ ਪਿੱਟਦੇ ਹਾਂ ਕਿ ਉਹਨਾਂ ਨੇ ਸਮਾਜਵਾਦ ਦੀ ਗੱਲ ਕੀਤੀ ਸੀ, ਸਮਾਜ ਦੀ ਬਰਾਬਰੀ ਦੀ ਗੱਲ ਕੀਤੀ ਸੀ, ਔਰ ਹਿੰਦੁਸਤਾਨ ਦੇ ਵਿੱਚ ਹਰ ਧਰਮ, ਹਰ ਜਾਤ, ਹਰ ਫਿਰਕੇ ਨੂੰ ਬਰਾਬਰਤਾ ਦੇ ਨਾਲ ਉਹਨਾਂ ਨੇ ਲਿਆਉਣ ਦੀ ਗੱਲ ਕੀਤੀ ਸੀ, ਔਰ ਹਰ ਇੱਕ ਦੇ ਬਰਾਬਰ ਹੱਕ ਮਿਲਣ। ਕਿਸੇ ਜਿਹੜਾ ਸਮਾਜ ਦੇ ਵਿੱਚ ਅੱਜ ਦੋ ਪੱਖੀ ਸਮਾਜ ਹੈ, ਇੱਕ ਕੈਡਰ ਲੁੱਟ ਰਿਹਾ, ਦੂਜਾ ਲੁੱਟਿਆ ਜਾ ਰਿਹਾ। ਆਪਣਾ ਨੇਤਾ ਜੀ ਸੁਭਾਸ਼ ਚੰਦਰ ਬੋਸ ਇਸ ਗੱਲ ਦੇ ਬਹੁਤ ਖਿਲਾਫ ਸੀ, ਇਸੇ ਕਰਕੇ ਉਹ ਕਈ ਵਾਰੀ ਉਹਨਾਂ ਦੀ ਆਪਸੀ ਦੂਸਰੀ ਕਮੇਟੀ ਨਾਲ ਨਹੀਂ ਸੀ ਬਣਦੀ, ਕਿ ਉਹ ਹਿੰਦੁਸਤਾਨ ਨੂੰ ਬਹੁਤ ਜਲਦੀ ਆਜ਼ਾਦ ਕਰਾਉਣਾ ਚਾਹੁੰਦੇ ਸੀ ਅੰਗਰੇਜ਼ਾਂ ਕੋਲੋਂ, ਔਰ ਬਰਾਬਰਤਾ ਲਿਆਉਣਾ ਚਾਹੁੰਦੇ ਸੀ, ਚਾਹੇ ਉਹ ਕੋਈ ਧਰਮ ਹੋਵੇ, ਕੋਈ ਫਿਰਕਾ ਹੋਵੇ, ਹਰ ਰੀਜਨ ਦੇ ਬੰਦੇ ਨੂੰ ਇਨਵੋਲਵ ਕਰਕੇ। ਸੋ ਅਸੀਂ ਅੱਜ ਦੇ ਦਿਨ 'ਤੇ ਉਹਨਾਂ ਨੂੰ ਵੀ ਯਾਦ ਕਰਦੇ ਹਾਂ, ਔਰ ਅਸੀਂ ਸਾਰੀ ਕਮੇਟੀ ਤੌਰ 'ਤੇ ਅਸੀਂ ਉਹਨਾਂ ਨੂੰ ਯਾਦ ਕਰਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ ਇੱਥੇ। ਧੰਨਵਾਦ। ਜੈ ਚੰਦ। ਸਾਡੇ ਨਾਲ ਸੁਮਿਤ ਜੀ ਹੈ, ਜਿਹੜੇ ਕਿ ਤਰਕਸ਼ੀਲ ਨੇ, ਸਮਾਜ ਦੀਆਂ ਬੁਰਾਈਆਂ ਜਿਹੜੇ ਬਾਬੇ ਪਖੰਡੀ ਹੋਰ ਜੋ ਵੀ ਹੁੰਦਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦੇ। ਇਹਦੇ ਨਾਲ ਦੱਸਿਆ ਜਾਂਦਾ ਕਿ ਭਗਤ ਸਿੰਘ ਨਾਸਤਿਕ ਸਨ, ਜਿਵੇਂ ਇਤਿਹਾਸਕਾਰ ਲਿਖਦੇ, ਲੇਕਿਨ ਉਹ ਕਰਮਯੋਗੀ ਸਨ, ਕਰਮਠ ਸਨ। ਸੋ ਇੱਥੇ ਤੁਸੀਂ ਦੇਖ ਸਕਦੇ ਹੋ शहीदों की चिताओं पर लगेंगे हर बरस मेले, शहीदों की चिताओं पर लगेंगे हर बरस मेले, वतन पे मिटने वालों का बाकी यही निशान होगा। तो सुमित जी ਸਾਡੇ ਨਾਲ ਨੇ, ਆਪਾਂ ਉਹਨਾਂ ਦੇ ਵਿਚਾਰ ਜਾਣਾਂਗੇ ਕਿ ਉਹਨਾਂ ਦੇ ਕੀ ਵਿਚਾਰ ਨੇ ਇਸ ਵੇਲੇ ਹਿੰਦੁਸਤਾਨ ਅਜੋਕੇ ਯੁੱਗ ਵਿੱਚ ਅਸੀਂ ਕਿੱਥੇ ਜਾ ਰਹੇ ਹਾਂ। ਸਾਡੇ ਜਿਹੜੇ ਭਗਤ ਸਿੰਘ, ਰਾਜਗੁਰੂ ਸੁਭਾਸ਼ ਚੰਦਰ ਬੋਸ ਦੇ ਜਿਹੜੇ ਸੁਪਨਿਆਂ ਦਾ ਭਾਰਤ ਸੀ, ਉਹ ਕਿਹੜਾ ਸੀ ਤੇ ਅੱਜ ਕੀ ਹੈ, ਤੇ ਅਸੀਂ ਉਹਨਾਂ ਨੂੰ ਯਾਦ ਕਰਕੇ ਹਿੰਦੁਸਤਾਨ ਦੀ ਤਸਵੀਰ ਕਿਵੇਂ ਬਦਲ ਸਕਦੇ ਹਾਂ ਤੇ ਜਨਤਾ ਨੂੰ ਕੀ ਕਰਨਾ ਚਾਹੀਦਾ। ਅੱਜ ਅਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜਨਮ ਦਿਨ 'ਤੇ ਜਿਹੜੀ ਆਲ ਇੰਡੀਆ ਲੈਵਲ 'ਤੇ ਕਮੇਟੀ ਬਣੀ ਹੈ, ਉਸ ਦੇ ਸੰਬੰਧ ਵਿੱਚ ਅਸੀਂ ਅੱਜ ਇੱਥੇ ਜਲਿਆਂਵਾਲਾ ਬਾਗ ਵਿਖੇ ਇਕੱਠੇ ਹੋਏ ਹਾਂ। ਔਰ ਜਲਿਆਂਵਾਲਾ ਬਾਗ ਸਾਡੀ ਇਨਕਲਾਬੀ ਵਿਰਾਸਤ ਦਾ ਪ੍ਰਤੀਕ ਹੈ, ਔਰ ਇੱਥੇ ਜਨਰਲ ਡਾਇਰ ਨੇ 13 ਅਪ੍ਰੈਲ 1919 ਨੂੰ ਜੋ ਇੱਥੇ ਕਤਲੇਆਮ ਕੀਤਾ, ਉਸ ਦੀ ਯਾਦ ਨੂੰ ਤਾਜ਼ਾ ਕਰਨ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਔਰ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਔਰ ਸ਼ਹੀਦ ਊਧਮ ਸਿੰਘ, ਉਹਨਾਂ ਦਾ ਇੱਕ ਸੁਪਨਾ ਸੀ ਆਜ਼ਾਦ ਭਾਰਤ ਦੇ ਵਿੱਚ ਅਸੀਂ ਇੱਕ ਇਹੋ ਜਿਹਾ ਸਮਾਜ, ਇਹੋ ਜਿਹਾ ਨਿਜ਼ਾਮ ਸਥਾਪਿਤ ਕਰੀਏ ਜਿੱਥੇ ਮਨੁੱਖ ਦੀ ਲੁੱਟ ਨਾ ਹੋਵੇ, ਸਾਮਰਾਜਵਾਦ ਦਾ ਖਾਤਮਾ ਹੋਵੇ, ਕਿਸੇ ਨਾਲ ਧਰਮ, ਜਾਤ ਪਾਤ, ਲਿੰਗ ਦੇ ਆਧਾਰ 'ਤੇ, ਭਾਸ਼ਾ ਦੇ ਆਧਾਰ 'ਤੇ ਵਿਤਕਰਾ ਨਾ ਹੋਵੇ, ਔਰ ਇੱਥੇ ਹਰ ਆਦਮੀ ਜਿਹੜਾ ਉਹਦੀਆਂ ਬੁਨਿਆਦੀ ਜਿਹੜੀਆਂ ਜ਼ਰੂਰਤਾਂ ਜ਼ਿੰਦਗੀ ਦੀਆਂ ਉਹ ਪੂਰੀਆਂ ਹੋਣ। ਲੇਕਿਨ ਅਸੀਂ ਵੇਖ ਰਹੇ ਹਾਂ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਜੋ ਸਾਮਰਾਜਵਾਦ ਦੀਆਂ ਨੀਤੀਆਂ ਜਿਹੜੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ, ਔਰ ਇੱਥੇ ਵੇਖਿਆ ਜਾ ਰਿਹਾ ਜਲਿਆਂਵਾਲੇ ਬਾਗ ਦੀ ਜਿੱਦਾਂ ਭੰਨ ਤੋੜ ਕਰਕੇ ਜਿਹੜਾ ਇਤਿਹਾਸਕ ਵਿਰਾਸਤ ਨੂੰ ਤੋੜਿਆ ਜਾ ਰਿਹਾ, ਉਹ ਇੱਥੋਂ ਦੇ ਜਿਹੜੀ ਆ ਉਹ ਪ੍ਰਮਾਣਿਕ ਤੱਥਾਂ ਨੂੰ ਦੂਸਰੇ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਉਸ ਸੰਬੰਧ ਵਿੱਚ ਵੀ ਇਸੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਕਾਫੀ ਵਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ, ਔਰ ਕੇਂਦਰ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਨੇ ਇਸ ਸੰਬੰਧ ਵਿੱਚ ਕਿ ਇੱਥੇ ਜਿਹੜਾ ਇਹਦੀ ਵਿਰਾਸਤ ਜਿਹੜੀ ਆ ਉਸੇ ਤਰ੍ਹਾਂ ਬਰਕਰਾਰ ਰੱਖੀ ਜਾਵੇ। ਤੁਹਾਡੇ ਕਹਿਣ ਦਾ ਮਤਲਬ ਜਿਹੜੀ ਅਸਲ ਲੁੱਕ, ਅਸਲ ਜਿਹੜੀ ਦਿੱਖ ਹੈ, ਹਾਂਜੀ ਹਾਂ, ਜਿਹੜੀ ਅਸਲ ਜਿਹੜੀ ਲੁੱਕ ਉਹਦੀ ਦਿੱਖ ਸੀ ਪੁਰਾਤਨ ਜਿਹੜੀ, ਔਰ ਜੋ ਉਹਦਾ ਇਤਿਹਾਸ ਹੈ, ਇੱਥੋਂ ਦੀ ਭਾਈਚਾਰਕ ਸਾਂਝ ਸੀ ਜਿਹੜੀ 13 ਅਪ੍ਰੈਲ 1919 ਦੇ ਵਿੱਚ ਇੱਥੋਂ ਦੇ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਜਨਰਲ ਡਾਇਰ ਦੇ ਔਰ ਅੰਗਰੇਜ਼ ਹਕੂਮਤ ਦੇ ਖਿਲਾਫ ਜਿਸ ਤਰ੍ਹਾਂ ਆਵਾਜ਼ ਉਠਾਈ, ਉਹ ਬਿਨਾਂ ਕਿਸੇ ਡਾਇਰ ਦੇ
ਭੈ ਦੇ ਔਰ ਰੋਲਟ ਐਕਟ ਦੇ ਖਿਲਾਫ ਔਰ ਡਾਕਟਰ ਸੈਫੁਦੀਨ ਕਿਚਲੂ ਔਰ ਡਾਕਟਰ ਸਤਿਆਪਾਲ ਦੀ ਗ੍ਰਿਫਤਾਰੀ ਦੇ ਖਿਲਾਫ ਜਿਸ ਤਰ੍ਹਾਂ ਉਹਨਾਂ ਨੇ ਆਵਾਜ਼ ਉਠਾਈ ਔਰ ਉਹੋ ਜਿਹੇ ਹੀ ਹਾਲਾਤ ਇੱਥੇ ਅੱਜ ਕੱਲ੍ਹ ਦੇ ਦੇਸ਼ ਦੇ ਬਣ ਰਹੇ ਜਿੱਥੇ ਕਿ ਸਾਨੂੰ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਔਰ ਇਕੱਠੇ ਹੋਣ 'ਤੇ ਇੱਥੇ ਪਾਬੰਦੀਆਂ ਲਾਈਆਂ ਜਾ ਰਹੀਆਂ। ਮੇਰੀ ਇਹੋ ਅਪੀਲ ਹੈ ਸਾਡੇ ਸਾਰੇ ਲੋਕਾਂ ਨੂੰ ਆਪਣੀ ਭਾਈਚਾਰਕ ਜਿਹੜੀ ਸਾਂਝ ਹੈ ਉਹ ਬਣਾ ਕੇ ਰੱਖੀਏ ਔਰ ਜਿਹੜਾ ਇੱਥੇ ਸਾਮਰਾਜ ਦੀਆਂ ਜਿਹੜੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਉਹਦਾ ਅਸੀਂ ਡਟ ਕੇ ਵਿਰੋਧ ਕਰੀਏ। ਇਹੋ ਸਾਡੀ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ, ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਔਰ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਔਰ ਗਦਰੀ ਬਾਬਿਆਂ ਨੂੰ ਔਰ ਹੋਰ ਜਿਹੜੇ ਦੇਸ਼ ਭਗਤ ਮਹਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਏਗੀ ਅਗਰ ਅਸੀਂ ਆਪਣੀ ਲੜਾਈ ਨੂੰ ਸਾਮਰਾਜ ਦੇ ਖਿਲਾਫ ਹੋਰ ਤੇਜ਼ ਕਰੀਏ। ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਸਾਡਾ ਏਕਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਨੇਤਾ ਜੀ ਸੁਭਾਸ਼ ਚੰਦਰ ਬੋਸ ਅਮਰ ਰਹੇ, ਅਮਰ ਰਹੇ, ਅਮਰ ਰਹੇ। ਸ਼ਹੀਦ ਊਧਮ ਸਿੰਘ ਤੇਰੀ ਸੋਚ ਤੇ ਅੱਜ ਜਿਹੜਾ ਇਹ 1919 ਦਾ 13 ਅਪ੍ਰੈਲ ਦਾ ਜਿਹੜਾ ਵਾਪਰਿਆ ਸੀ ਦਹਾਕਾ, ਇਹ ਬੜਾ ਖਤਰਨਾਕ ਸੀ ਜਦੋਂ ਕਿ ਉਸ ਸਮੇਂ 'ਤੇ ਅੰਗਰੇਜ਼ ਸਾਮਰਾਜ ਨੇ ਦੋਨਾਂ ਫਿਰਕਿਆਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ। ਉਦੋਂ ਕਿਚਲੂ ਤੇ ਡਾਕਟਰਾਂ ਨੇ ਇਸ ਮੂਵਮੈਂਟ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਦੇਖਿਆ ਅੰਗਰੇਜ਼ਾਂ ਨੇ ਕਿ ਮੁਸਲਮਾਨ ਤੇ ਹਿੰਦੂ ਇੱਕ ਪਲੇਟਫਾਰਮ ਤੇ ਆ ਗਏ, ਇੱਕ ਥਾਂ ਤੇ ਪਾਣੀ ਪੀ ਰਹੇ, ਇੱਕ ਥਾਂ ਤੇ ਇੱਕ ਮੂਵਮੈਂਟ ਇਕੱਠੀ ਚਲਾ ਰਹੇ ਨੇ, ਉਦੋਂ ਉਹਨਾਂ ਦੇ ਮਨ 'ਚ ਆਇਆ ਕਿ ਹੁਣ ਕਿ ਕਿਸ ਤਰ੍ਹਾਂ ਇਹਨਾਂ ਨੂੰ ਵੰਡਿਆ ਜਾਵੇ। ਤੇ ਇੱਥੇ ਆਉਣ ਲਈ ਉਹਨਾਂ ਨੇ ਪਹਿਲਾਂ ਇੱਕ ਦਿਨ 2 ਦਿਨ ਪਹਿਲਾਂ ਤੋਂ ਉਹਨਾਂ ਨੇ ਕਰਫਿਊ ਦਾ ਜਿਹੜਾ ਅਨਾਉਂਸ ਕਰਤਾ ਸੀ ਤੇ ਲੇਕਿਨ ਲੋਕ ਇੰਨੀ ਤਾਦਾਦ 'ਤੇ ਸੀ ਕਿ ਲੋਕ ਰੁਕੇ ਨਹੀਂ, ਇੱਥੇ ਆਏ ਬੈਠੇ ਲੋਕ। ਲੇਕਿਨ ਜਦੋਂ ਹਾਕਮ ਨੇ ਉਹਨੇ ਕੋਈ ਪਰਵਾਹ ਨਹੀਂ ਕੀਤੀ ਤੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀ। ਲੇਕਿਨ ਅੱਜ ਅਸੀਂ ਇੱਥੇ ਆਏ ਹਾਂ, ਸਾਰਾ ਗਰੁੱਪ ਲੈ ਕੇ ਆਏ ਹਾਂ ਆਪਣੇ ਸਾਥੀਆਂ ਨਾਲ ਜਿਹੜੇ ਭਗਤ ਸਿੰਘ ਨੂੰ ਮੰਨਦੇ, ਰਾਜਗੁਰੂ ਸੁਖਦੇਵ ਨੂੰ ਮੰਨਦੇ ਨੇ, ਚੰਦਰ ਸ਼ੇਖਰ ਨੂੰ ਮੰਨਦੇ ਨੇ। ਇਹ ਧਰਤੀ ਤੇ ਜਿਹੜੇ ਲੋਕ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਦੇ ਭੇਟ ਕਰਨ ਲਈ ਇੱਥੇ ਪਹੁੰਚੇ ਹਾਂ। ਅਸੀਂ ਜਲਿਆਂਵਾਲੇ ਬਾਗ ਦੀ ਪਵਿੱਤਰ ਧਰਤੀ ਤੇ ਬੈਠੇ ਹਾਂ ਔਰ ਇਹ ਉਹ ਧਰਤੀ ਹੈ ਜਿੱਥੇ ਸਾਡੇ ਦੇਸ਼ ਦੇ ਹਜ਼ਾਰਾਂ ਸ਼ਹੀਦਾਂ ਨੇ ਆਪਣਾ ਖੂਨ ਦਿੱਤਾ ਭਾਰਤ ਦੀ ਆਜ਼ਾਦੀ ਲਈ। ਡਾਇਰ ਦੀ ਕਰੂਰਤਾ ਦਾ, ਸਾਮਰਾਜਯਵਾਦੀ ਕਰੂਰਤਾ ਦਾ ਉਹ ਸ਼ਿਕਾਰ ਹੋਏ। ਇਸ ਜ਼ਮੀਨ ਦਾ ਜਿਹੜਾ ਇੱਕ ਇੱਕ ਕਣ ਹੈ ਘਾਸ ਦਾ ਵੀ ਉਹ ਸ਼ਹੀਦਾਂ ਦੇ ਖੂਨ ਨਾਲ ਸਿੰਚਿਤ ਹੈ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਔਰ ਹਮੇਸ਼ਾ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਹਜ਼ਾਰਾਂ ਸਾਲਾਂ ਤੱਕ ਉਹਨਾਂ ਦੀ ਜਿਹੜਾ ਹੈ ਕ੍ਰਿਤੱਗਤਾ ਉਹਨਾਂ ਦੇ ਪ੍ਰਤੀ ਰੱਖਣਗੇ ਜਿਨ੍ਹਾਂ ਨੇ ਸਾਨੂੰ ਡਾਇਰ ਦੀਆਂ ਗੋਲੀਆਂ ਖਾ ਕੇ ਵੀ ਆਜ਼ਾਦੀ ਦਿੱਤੀ। ਪਰ ਇੱਕ ਹੋਰ ਤਕਲੀਫ ਮੈਨੂੰ ਹੈਗੀ ਹੈ ਕਿ ਜਿਉਂ-ਜਿਉਂ ਆਜ਼ਾਦੀ ਦਾ ਟਾਈਮ ਬੀਤਦਾ ਜਾ ਰਿਹਾ, ਹਾਲੇ ਤਾਂ ਸਿਰਫ 75 ਸਾਲ ਹੋਇਆ ਹੈ, ਅਸੀਂ ਡਾਇਰ ਦੀ ਸੰਸਕ੍ਰਿਤੀ ਨੂੰ ਜ਼ਿਆਦਾ ਅਪਣਾ ਲਿਆ ਤੇ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਭੁੱਲਦੇ ਜਾ ਰਹੇ ਹਾਂ। ਇਹੋ ਹੀ ਬਾਜ਼ਾਰ ਜਿਨ੍ਹਾਂ 'ਚੋਂ ਲੰਘ ਕੇ ਜਲਿਆਂਵਾਲੇ ਬਾਗ ਆਏ ਹਾਂ, ਇੱਥੇ ਹਿੰਦੁਸਤਾਨ ਦੀ ਭਾਸ਼ਾ ਗਾਇਬ ਹੋ ਗਈ ਹੈ, ਪਹਿਰਾਵਾ ਵੀ ਗਾਇਬ ਹੁੰਦਾ ਜਾ ਰਿਹਾ ਹੈ। ਤੇ ਮੇਰਾ ਅੱਜ ਜਲਿਆਂਵਾਲੇ ਬਾਗ ਦੇ ਬਲੀਦਾਨ ਦਿਨ 'ਤੇ ਸਾਰਿਆਂ ਨੂੰ ਇੱਕੋ ਹੀ ਅਪੀਲ ਹੈ ਕਿ ਆਪਣੀ ਭਾਸ਼ਾ ਹੈ ਭਲੀ ਭਲੋ ਆਪਣਾ ਦੇਸ਼, ਇਹ ਸੰਕਲਪ ਯਾਦ ਰੱਖੀਏ ਔਰ ਜਿਸ ਭਾਵਨਾ ਨਾਲ ਸਾਡੇ ਲੋਕ ਇੱਥੇ ਸ਼ਹੀਦ ਹੋਏ ਹੈ ਉਹੋ ਹੀ ਅੱਗ ਆਪਣੇ ਕਲੇਜੇ ਵਿੱਚ ਲੈ ਕੇ ਅਸੀਂ ਦੇਸ਼ਵਾਸੀ ਅੱਗੇ ਵੱਧਦੇ ਜਾਈਏ। ਜੈ ਹਿੰਦ। ਨਿਊਜ਼ ਰੀਡਰ ਅਰਵਿੰਦਰ ਪੱਟੀ ਜੀ ਤੋਂ ਇਹਨਾਂ ਨਾਲ ਗੱਲ ਕਰਾਂਗੇ। ਤਕਰੀਬਨ ਹਰ ਪ੍ਰੋਗਰਾਮ 'ਚ ਹੁੰਦੇ ਤੇ ਬਹੁਤ ਸੋਹਣਾ ਬੱਚਿਆਂ ਦਾ ਪ੍ਰੋਗਰਾਮ ਚੱਲ ਰਿਹਾ ਤਾਂ ਕਿ ਸਾਡੇ ਬੱਚੇ ਜਿਹੜੇ ਆ ਪੇਂਟਿੰਗ ਦੇ ਜਰੀਏ ਆਪਣੇ ਸਾਡੇ ਜਿਹੜੇ ਪੁਰਾਤਨ ਸਾਡਾ ਜੋ ਕ੍ਰਾਂਤੀਕਾਰੀ ਇਤਿਹਾਸ ਹੈ ਹਿੰਦੁਸਤਾਨ ਦੀ ਆਜ਼ਾਦੀ ਦਾ, ਜਲਿਆਂਵਾਲਾ ਬਾਗ ਦਾ ਜਿਹੜਾ ਗੌਰਵਮਈ ਇਤਿਹਾਸ ਹੈ ਸ਼ਹਾਦਤ ਦਾ, ਉਸ ਨੂੰ ਯਾਦ ਕਰਦੇ ਹੋਏ ਪੇਂਟਿੰਗ ਦਾ ਕੰਪੀਟੀਸ਼ਨ ਚੱਲ ਰਿਹਾ। ਇਹਦੇ ਬਾਰੇ ਅਰਵਿੰਦਰ ਪੱਟੀ ਜੀ। ਦੇਖੋ ਜੀ, ਬੜੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਪਿਛਲੇ 20-25 ਸਾਲ ਤੋਂ ਮਾਲਾ ਚਾਵਲਾ ਜੀ ਜਿਹੜੇ ਆਪ ਬੜੇ ਵਧੀਆ ਆਰਟਿਸਟ ਨੇ, ਸਾਡੇ ਲక్ష్ਮੀਕਾਂਤਾ ਚਾਵਲਾ ਜੀ ਛੋਟੇ ਸਿਸਟਰ ਨੇ, ਉਹ ਤੇ ਉਹਨਾਂ ਦੀ ਟੀਮ ਪਿਛਲੇ 20-25 ਸਾਲ ਤੋਂ ਇੱਥੇ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਾਉਂਦੇ ਬੱਚਿਆਂ ਦਾ, ਜਿਹਦੇ ਵਿੱਚ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗ ਬਣਾਉਂਦੇ ਆ। ਮੈਂ ਹੁਣੇ ਵੀ ਦੇਖ ਕੇ ਆਇਆ, ਇਹਨਾਂ 'ਚੋਂ 90% ਬੱਚਿਆਂ ਨੇ ਜਲਿਆਂਵਾਲੇ ਬਾਗ ਦਾ ਬੜਾ ਖੂਬਸੂਰਤ ਚਿੱਤਰਨ ਕੀਤਾ। ਕਈਆਂ ਨੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਬਣਾਈਆਂ, ਹੋਰ ਸਾਡੇ ਆਜ਼ਾਦੀ ਘੁਲਾਟੀਆਂ ਦੀਆਂ ਫੋਟੋਆਂ ਬਣਾਈਆਂ। ਇਹ ਇੱਕ ਬਹੁਤ ਵਧੀਆ ਕੋਸ਼ਿਸ਼ ਹੈ ਬੱਚਿਆਂ ਨੂੰ ਆਪਣੇ ਪੁਰਾਤਨ ਵਿਰਸੇ ਨਾਲ ਜੋੜਨ ਦੀ, ਉਸ ਸ਼ਖਸੀਅਤਾਂ ਨਾਲ ਜੋੜਨ ਦੀ ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ, ਸਾਡੀ ਆਜ਼ਾਦੀ ਵਾਸਤੇ ਕੰਮ ਕੀਤਾ ਸੀ। ਤੇ ਜਲਿਆਂਵਾਲਾ ਬਾਗ ਸਮਾਰਕ, ਜਿਸ ਤਰ੍ਹਾਂ ਕਿ ਭੈਣ ਜੀ ਨੇ ਕਿਹਾ, ਬੜਾ ਅਫਸੋਸ ਹੈ ਕਿ ਇਹਦਾ ਸਰੂਪ ਵਿਗਾੜ ਦਿੱਤਾ ਗਿਆ। ਹਾਲਾਂਕਿ ਜਦੋਂ ਇਹਦਾ ਨਵੀਨੀਕਰਨ ਕਰਕੇ ਦੁਬਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹਦਾ ਉਦਘਾਟਨ ਕੀਤਾ ਸੀ, ਵਰਚੁਅਲੀ ਉਦਘਾਟਨ ਕੀਤਾ ਸੀ, ਇੱਥੇ ਮੈਂ ਸਟੇਜ ਤੇ ਐਂਕਰ ਕਰ ਰਿਹਾ ਸੀ ਪ੍ਰੋਗਰਾਮ, ਪਰ ਦਿਲ ਮੇਰਾ ਰੋ ਰਿਹਾ ਸੀ ਕਿ ਉਹ ਮਤਲਬ ਜਿਹੜਾ ਜਲਿਆਂਵਾਲਾ ਬਾਗ, ਜਿਹਨੂੰ ਦੂਰੋਂ ਹੀ ਦੇਖ ਕੇ ਬੜਾ ਦਿਲ 'ਚ ਉਤਸ਼ਾਹ ਪੈਦਾ ਹੁੰਦਾ ਸੀ ਆਪਣੇ ਵਿਰਾਸਤ ਸੰਬੰਧੀ, ਆਪਣੇ ਸ਼ਹੀਦਾਂ ਸੰਬੰਧੀ,
ਉਹਦਾ ਸਰੂਪ ਇੱਕ ਉਹਨਾਂ ਨੇ ਸੈਰਗਾਹ ਟਾਈਪ ਬਣਾਤਾ ਹੈ। ਉਹਦਾ ਵੀ ਟਾਈਮ ਲਿਮਿਟ ਰੱਖਤਾ ਕਿ ਸਵੇਰੇ 10 ਵਜੇ ਤੋਂ ਲੈ ਕੇ 7 ਵਜੇ ਤੱਕ ਖੁੱਲ੍ਹੇਗਾ। ਇਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਇੱਕ ਇੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਬਣਾਇਆ। ਪ੍ਰੋਗਰਾਮ ਬਹੁਤ ਵਧੀਆ, ਪਰ ਜੇ 7 ਵਜੇ ਪ੍ਰੋਗਰਾਮ ਮਤਲਬ ਜੇ ਦਰਵਾਜ਼ੇ 7 ਵਜੇ ਬੰਦ ਹੋਣਗੇ ਪਰ ਉਹ ਪ੍ਰੋਗਰਾਮ 5 ਵਜੇ ਚੱਲੇਗਾ ਅਤੇ 5 ਵਜੇ ਅੱਜ ਕੱਲ੍ਹ ਗਰਮੀਆਂ 'ਚ ਸਿਖਰ ਦੁਪਹਿਰ ਹੁੰਦੀ ਹੈ। ਸੋ ਮੈਂ ਬੇਨਤੀ ਕਰਾਂਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਅਤੇ ਜਿਹੜਾ ਜਲਿਆਂਵਾਲਾ ਬਾਗ ਸਮਾਰਕ ਹੈ ਇਹਨਾਂ ਦੇ ਜਿਹੜੇ ਮੁਖੀ ਨੇ, ਇਹਨਾਂ ਦੇ ਪ੍ਰਬੰਧਕ ਨੇ, ਕਿ ਇਹਨੂੰ ਕਿਰਪਾ ਕਰਕੇ ਇਹਦਾ ਸਰੂਪ ਹੋਰ ਨਾ ਵਿਗਾੜੋ। ਲੋਕਾਂ ਨੂੰ ਖੁੱਲ੍ਹੇ ਇੱਥੇ ਆਉਣ ਜਾਣ ਦਿਓ। ਬੜੇ ਲੋਕੀ ਜਿਹੜੇ ਦੂਰੋਂ ਦੂਰੋਂ ਆਉਂਦੇ ਆ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਆ, ਦੁਰਗਿਆਨਾ ਮੰਦਿਰ ਜਾਂਦੇ ਆ, ਉਹ ਚਾਹੁੰਦੇ ਆ ਕਿ ਅਸੀਂ ਜਲਿਆਂਵਾਲਾ ਬਾਗ ਜਾਈਏ। ਟਾਈਮ ਦੀ ਕਈ ਵਾਰੀ ਐਡਜਸਟਮੈਂਟ ਨਹੀਂ ਹੁੰਦੀ, ਇਹ ਖੁੱਲ੍ਹਾ ਰਹਿਣਾ ਚਾਹੀਦਾ। ਇਹਦੇ 'ਚ ਕੋਈ ਐਸੀ ਚੀਜ਼ ਨਹੀਂ ਜਿਹੜੀ ਲੋਕੀ ਚੁੱਕ ਕੇ ਲੈ ਜਾਣਗੇ। ਸੋ ਮੇਰੀ ਇਹੀ ਬੇਨਤੀ ਹੈ ਕਿ ਇਹਦਾ ਸਰੂਪ ਨਾ ਵਿਗਾੜਿਆ ਜਾਵੇ, ਇਹਨੂੰ ਜਨਤਾ ਲਈ ਪੂਰੇ ਤੌਰ 'ਤੇ ਖੋਲ੍ਹਿਆ ਜਾਵੇ ਤਾਂ ਕਿ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਸਕਣ। ਜਿੱਥੇ ਤੱਕ ਸ਼ਹੀਦਾਂ ਦਾ ਸੰਬੰਧ ਹੈ ਜੀ, ਮੇਰਾ ਆਪਣੀ ਫੈਮਿਲੀ, ਮੇਰੇ ਮਦਰ ਦੇ ਨਾਨਾ ਜੀ, ਉਹ ਜਦੋਂ ਇੱਥੇ ਗੋਲੀ ਚੱਲੀ ਹੈ, ਕਿਉਂਕਿ ਸਾਨੂੰ ਮਦਰ ਕੋਲ ਪਤਾ ਲੱਗਿਆ, ਸਾਡੇ ਨਾਨੀ ਜੀ ਕੋਲ ਪਤਾ ਲੱਗਿਆ ਕਿ ਉਹ ਇਹਨਾਂ ਲੋਕਾਂ 'ਚ ਸ਼ਾਮਲ ਸੀਗੇ। ਉਹਨਾਂ ਨੂੰ ਸ਼ਾਇਦ ਪੈਰ 'ਚ ਗੋਲੀ ਵੀ ਲੱਗੀ ਸੀ ਅਤੇ ਪਿਛਲੇ ਪਾਸੇ ਜਿਹੜੀ ਕੰਧ ਹੈ ਉਹ ਟੱਪ ਕੇ ਕੁਝ ਲੋਕ ਬਾਹਰ ਨਿਕਲੇ ਸੀ ਐਂਡ ਸਾਡੇ ਮਦਰ ਦੇ ਨਾਨਾ ਜੀ ਉਹਨਾਂ 'ਚ ਸ਼ਾਮਲ ਸੀਗੇ। ਸੋ ਸਾਰੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਇੱਥੇ ਸ਼ਹਾਦਤ ਦਿੱਤੀ ਹੈ, ਜਿਹੜੇ ਜ਼ਖਮੀ ਹੋਏ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਅੱਜ ਦੇ ਇਸ ਪਵਿੱਤਰ ਦਿਨ। ਹੁਣ ਦੇਖੋ ਜੀ, ਇੱਥੇ ਇਹਨੂੰ ਜਿਹੜੀ ਜਗ੍ਹਾ ਹੈ ਨਾ ਜਿੱਥੇ ਗੋਲੀ ਉਹਦੇ ਨਿਸ਼ਾਨ ਹੈ, ਇੱਥੇ ਇਹਨੂੰ ਹਾਈਲਾਈਟ ਜ਼ਰੂਰ ਕੀਤਾ ਹੈ, ਲੇਕਿਨ ਹੁਣ ਜਿਹੜਾ ਬਾਹਰੋਂ ਟੂਰਿਸਟ ਆ ਰਹੇ ਜਾਂ ਸਾਡੇ ਹਿੰਦ ਵਾਸੀ ਬਾਹਰ ਦੇ ਮੁਲਕ ਤੋਂ ਆਣ ਕੇ ਉਹਨਾਂ ਨੂੰ ਪਤਾ ਨਹੀਂ ਕਿ ਇਹਦਾ ਮਕਸਦ ਕੀ ਹੈ, ਕਿਉਂ ਕੀਤਾ ਹੈ। ਜਿਸ ਨੂੰ ਇਤਿਹਾਸ ਦਾ ਪਤਾ ਉਹਨੂੰ ਪਤਾ ਲੱਗੇਗਾ। ਸੋ ਇਹ ਤੋਂ ਪਹਿਲਾਂ ਲਿਖਿਆ ਹੁੰਦੀ ਸੀ, ਇੱਕ ਬੋਰਡ ਹੁੰਦਾ ਸੀ, ਗੋਲੀਆਂ ਕੇ ਨਿਸ਼ਾਨ, ਉਰਦੂ 'ਚ, ਹਿੰਦੀ 'ਚ, ਪੰਜਾਬੀ 'ਚ, 2-3 ਲੈਂਗੁਏਜ ਲਿਖਿਆ। ਹਿੰਦੀ, ਉਰਦੂ, ਪੰਜਾਬੀ ਤਕਰੀਬਨ ਲੋਕ ਪੜ੍ਹ ਲੈਂਦੇ ਆ। ਸੋ ਪ੍ਰਸ਼ਾਸਨ ਨੂੰ ਚਾਹੀਦਾ, ਜਿਹੜੀ ਜਲਿਆਂਵਾਲਾ ਬਾਗ ਯਾਦਗਾਰ ਕਮੇਟੀ ਹੈ ਉਸ ਨੂੰ ਚਾਹੀਦਾ ਕਿ ਬੋਰਡ ਜ਼ਰੂਰ ਲਗਾਵੇ ਵੀ ਇਹਦਾ ਮਤਲਬ ਕੀ ਹੈ। ਲੋਕ ਆ ਕੇ ਫੋਟੋ ਖਿੱਚ ਕੇ ਜਾਂਦੇ, ਲੇਕਿਨ ਲੋਕਾਂ ਨੂੰ ਪਤਾ ਨਹੀਂ ਹੈ ਕਿ 13 ਅਪ੍ਰੈਲ 1919 ਨੂੰ ਗੋਲੀਆਂ ਚੱਲੀਆਂ ਸੀ ਜਿਹਦੇ ਨਿਸ਼ਾਨ ਹਾਲ ਹੀ ਇੱਥੇ ਨੇ। क्या हुआ है कहाँ पर कुछ ਤੇ ਜੀ ਇਹ ਲੋਕਾਂ ਦੀ ਡਿਮਾਂਡ ਹੈ। ਬਹੁਤ ਸਾਰੇ ਜਿਹੜੇ ਬਾਹਰੋਂ ਲੋਕ ਆਉਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮਾਰ ਕੇ ਕਾਹਦੇ ਆ, ਕਾਹਦੇ ਨਿਸ਼ਾਨ ਨੇ। ਸੋ ਇਸ ਕਰਕੇ ਇੱਥੇ ਛੋਟੇ ਛੋਟੇ ਬੋਰਡ ਲੱਗਣੇ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਪਤਾ ਜਾਏ। ਬੁਲਟ ਮਾਰਕਸ, ਗੋਲੀਆਂ ਕੇ ਨਿਸ਼ਾਨ, ਗੋਲੀਆਂ ਦੇ ਨਿਸ਼ਾਨ, ਉਰਦੂ, ਹਿੰਦੀ, ਪੰਜਾਬੀ ਤੇ ਇੰਗਲਿਸ਼ ਲਿਖਿਆ ਹੋਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਲੋਕ ਜਾਣ ਸਕਣ ਕਿ ਵਾਕਈ ਜਨਰਲ ਡਾਇਰ ਨੇ ਤੇ ਗੋਲੀਆਂ ਚਲਾਈਆਂ, ਕਿਤੇ ਕੰਧ ਤੇ ਹਾਲੇ ਤੱਕ ਨਿਸ਼ਾਨ ਹੈ। ਇਹਦੇ ਨਿਸ਼ਾਨ ਕੰਧ ਤੇ ਨਹੀਂ, ਸਾਡੇ ਦਿਲਾਂ ਤੇ ਨੇ। ਜਿਹੜੇ ਖੂਨ ਦੇ ਛਿੱਟੇ ਆ ਉਹ ਅੱਜ ਤੱਕ ਲਾਲ ਨੇ। ਸੋ ਲੋਕ ਇਸ ਦੇ ਨਾਲ ਜੁੜਨ। ਤੇ ਜਿਹੜੇ ਸਾਡੇ ਸ਼ਹੀਦ ਹੋਏ ਅੱਜ ਦੇ ਦਿਨ, ਮੈਂ ਬੇਨਤੀ ਕਰਦਾ ਕਿ 13 ਅਪ੍ਰੈਲ 1919 ਨੂੰ ਜਿਹੜੀ ਗੋਲੀਆਂ ਚਲਾਈਆਂ, ਸਾਡੇ ਵੱਡ ਵਡੇਰੇ ਜਿਹੜੇ ਸ਼ਹੀਦ ਹੋਏ, ਸ਼ਹਾਦਤ ਦਿੱਤੀ ਹੈ, ਉਹਨਾਂ ਨੂੰ ਮੈਂ ਸਾਰੇ ਅਸੀਂ ਸ਼ਰਧਾ ਦੇ ਫੁੱਲ ਭੇਟ से करते हैं, कोटि कोटि प्रणाम करते हैं, शत शत नमन करते हैं। कल हम लोग तकरीबन आते हैं, कई साल से आते हैं, 2 साल कोरोना कोविड पीरियड के बाद में इसका रेनोवेशन हुआ है। तो पहले यहाँ पे बोर्ड, छोटे छोटे बोर्ड लगे हुए थे, हिंदी, इंग्लिश, उर्दू और पंजाबी में कि बुलेट मार्क्स, गोलियों के निशान, जो बाहर के लोग आएंगे उनको पता चल जाएगा। तो ऐसा होना चाहिए। नहीं, उधर लिखा है, उस तरफ है ना, उस पे लिखा है कि बोल के ये बुलेट मार्क्स, नहीं ये पता है, नहीं इसलिए पता, लेकिन यहाँ भी सही है, आप बोलने सही है, यहाँ भी लिखा होना चाहिए। टूरिस्ट पता नहीं लगता कि क्या चीज़ है ये, क्या तो कहने का मतलब यहाँ भी बोर्ड नहीं है, वो टावर का पास भी बोर्ड नहीं है, नहीं लगा हुआ। ओके जी, चलो। आपका नाम? नितिन त्यागी। आप कहाँ से आए हो? मैं दिल्ली से। अच्छा, तो 13 अप्रैल 1919 में यहाँ जलियांवाला बाग साका हुआ था, कांड हुआ था, तभी हम आज जहाँ 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 पे निर्दोष और निहत्थे लोग जो मीटिंग करते हिंदुस्तानी गोली चलाई गई थी। तो क्या आप जानते हो ये जो इस पे मार्किंग की हुई है, तो आपको पता ये क्या हो सकता है? नहीं, लब ऐसा लग रहा है कि जैसे यहाँ गोलियाँ लगी हुई हैं। तो ऐसा लग रहा है, लेकिन आपको कंफर्म नहीं है। नहीं। तो इसका मतलब कि पहले हम यहाँ पे आने जाने वाले हैं, यहाँ पे पहले एक बोर्ड लगा होता था, गोलियों के निशान, बुलेट मार्क्स, हिंदी में, इंग्लिश में, उर्दू में, कई लैंग्वेज में। तो लिखा होगा तो लोगों को पता चल जाए कि ये है क्या। तो बहुत सारे लोग आप जानते नहीं होंगे, है ना? जी जी, हम हाँ, तो नहीं जानते, तो सरकार को चाहिए कि यहाँ पे को लिखना चाहिए, है ना? लिखना एक प्लेट लगनी चाहिए ताकि लोग, हाँ, नहीं तो गाइड की मतलब ज़रूरत नहीं पड़ेगी ना हम लोगों को। हाँ, बिल्कुल बिल्कुल बिल्कुल। वो चेंज कर दिया है। लो या और क्या है जी सलाह जी, यहाँ पे अब मैडम ने देख लिया है, कह रहे हैं भी ये है, लेकिन ये देखिए ये बिल्कुल साफ भी नहीं है। जो चीज़ पुरातन चीज़
रखनी चाहिए, उसको तो चेंज कर दिया, लेकिन जो चेंज होने वाली चीज़ है यहाँ यादगार कमेटी ने जो बिल्कुल साफ पड़ा होना चाहिए। देखो आप बिल्कुल घस गया है, इसको पढ़ा नहीं जा रहा, तो इसको भी चेंज करना चाहिए। ਇੱਕ ਤਾਂ ਬੜੀ ਅੱਛੀ ਗੱਲ ਹੈ ਕਿ ਦੇਸ਼ ਦੇ ਸਾਰੇ ਲੋਕ ਜਿਹੜੇ ਵੀ ਅੰਮ੍ਰਿਤਸਰ ਆਉਂਦੇ ਜਲਿਆਂਵਾਲੇ ਬਾਗ ਆਉਂਦੇ ਆ, ਪਰ ਜਿੱਥੋਂ ਤੱਕ ਸ਼ਹੀਦਾਂ ਨੂੰ ਯਾਦ ਕਰਨ ਦੀ ਗੱਲ ਹੈ, ਸ਼ਹੀਦਾਂ ਨੂੰ ਯਾਦ ਕਰਨ ਨਾਲੋਂ ਜ਼ਿਆਦਾ ਇਹ ਕੁਝ VIP ਲੋਕਾਂ ਦਾ ਫੋਟੋ ਬਣਾਉਣ ਦਾ, ਫੋਟੋ ਸੈਸ਼ਨ ਕਰਨ ਦਾ ਸੈਂਟਰ ਰਹਿ ਗਿਆ ਜਲਿਆਂਵਾਲਾ ਬਾਗ। ਇਹ ਜਲਿਆਂਵਾਲੇ ਬਾਗ ਦਾ ਸੋ ਕਾਲਡ ਨਵੀਨੀਕਰਨ ਕਰਨ ਦੇ ਨਾਂ ਤੇ ਵੀ ਇਹਨਾਂ ਨੇ ਇਹਦੀ ਸੂਰਤ ਵਿਗਾੜ ਕੇ ਰੱਖ ਦਿੱਤੀ ਹੈ। ਮੈਂ ਕਲਾਕਾਰ ਜਸਪਾਲ ਸਿੰਘ ਪਾਇਲਟ, ਐਕਟਰ, ਸੋਸ਼ਲ ਐਕਟਿਵਿਸਟ, ਅੱਜ ਦੇ ਦਿਨ ਜਿਨ੍ਹਾਂ ਸਾਡੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਆਜ਼ਾਦੀ ਘੁਲਾਟੀਏ ਹੋਏ ਨੇ, ਉਹਨਾਂ ਨੂੰ ਕੋਟੀ-ਕੋਟੀ ਪ੍ਰਣਾਮ ਕਰਦਾ, ਤੇ ਜਿਨ੍ਹਾਂ ਨੇ ਆਪਣੇ ਜਾਨਾਂ ਦੀ ਕੀਮਤੀ ਜਾਨਾਂ ਦੀ ਬਲੀਦਾਨ ਦਿੱਤਾ, ਭਗਤ ਸਿੰਘ, ਊਧਮ ਸਿੰਘ, ਰਾਜਗੁਰੂ, ਹੋਰ ਬਹੁਤ ਸਾਰੇ ਜਿਹੜੇ ਸ਼ਹੀਦ ਸੀ, ਜਿਹੜੇ ਇਸ ਜਲਿਆਂਵਾਲੇ ਬਾਗ ਦੀ ਪਵਿੱਤਰ ਧਰਤੀ ਤੇ ਆਜ਼ਾਦੀ ਦੀ ਇੱਕ ਤਰ੍ਹਾਂ ਨੀਂਹ ਰੱਖੀ ਗਈ ਹੈ, ਉਹਨਾਂ ਨੂੰ ਕੋਟੀ-ਕੋਟੀ ਪ੍ਰਣਾਮ ਕਰਦਾ, ਸ਼ਖਸੀਅਤ ਨਮਨ ਕਰਦਾ।